ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣਾ ਚਾਹਾਂਗੇ ਅੰਮ੍ਰਿਤਸਰ ਦੇ ਉਸ ਪੈਟਰੋਲ ਪੰਪ ਦੀਆਂ, ਜਿੱਥੇ ਕਿ ਇੱਕ ਬਾਕਸਰ ਜਿਨ੍ਹਾਂ ਨੂੰ ਕਿ ਘਰ ਦੀਆਂ ਮਜਬੂਰੀਆਂ ਦੇ ਕਰਕੇ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ ਆ। ਪਲੇਅਰ ਰਹਿ ਚੁੱਕੇ ਹੋ, ਕੀ ਕਾਰਨ ਸੀ ਕਿ ਇਸ ਪੈਟਰੋਲ ਪੰਪ ਦੇ ਉੱਤੇ ਆਣ ਕੇ ਕੰਮ ਕਰਨਾ ਪਿਆ? ਸਰਕਾਰ ਵੱਲੋਂ ਕੋਈ ਨਹੀਂ ਹੈਲਪ ਨਹੀਂ ਹੋਈ ਕਿ ਜਾਂ ਇਹ ਬੱਚੇ ਨੂੰ ਅੱਗੇ ਲਿਆਂਦਾ ਜਾਵੇ। ਅੱਜ ਕੱਲ੍ਹ ਦੀਆਂ ਜਿੰਨੀਆਂ ਲੜਕੀਆਂ ਨੇ, ਮੇਰਾ ਉਹਨਾਂ ਨੂੰ ਇਹੋ ਮੈਸੇਜ ਹੈਗਾ ਵੀ ਪਲੀਜ਼ ਆਪਣੀ ਸੈਲਫ ਡਿਫੈਂਸ ਵਾਸਤੇ, ਆਪਣੀ ਆਤਮ ਰੱਖਿਆ ਵਾਸਤੇ ਉਹਨਾਂ ਨੂੰ ਗੇਮ ਜ਼ਰੂਰ ਰੱਖਣੀ ਚਾਹੀਦੀ ਆ। ਕਿੰਨੇ ਸਾਲ ਗੇਮ ਕੀਤੀ ਤੁਸੀਂ? ਮੈਂ 7 ਸਾਲ ਸਰ ਗੇਮ ਕੀਤੀ ਸਕੂਲ ਬੇਸ ਤੇ, 2003 ਤੋਂ ਲੈ ਕੇ 2009 ਤੱਕ ਸਟੇਟ ਤੱਕ ਮੈਂ ਖੇਡਿਆ। ਜਿੰਨੀ ਪੋਜੀਸ਼ਨ ਮੇਰੀ ਹੋਈ ਆ ਫਸਟ ਹੀ ਹੁੰਦੀ ਰਹੀ ਆ, 골ਡ ਪੋਜੀਸ਼ਨ ਪੈਂਦੀ ਰਹੀ। ਕੀ ਤੁਸੀਂ ਕਦੀ ਕਿਸੇ ਜਾਂ ਤੁਸੀਂ ਅਪਰੋਚ ਵੀ ਨਹੀਂ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ? ਘਰ ਦੇ ਜਿਹੜੇ ਹਾਲਾਤ ਆ ਨਹੀਂ ਇੰਨੇ ਵਧੀਆ ਹੈਗੇ। ਸਰ ਮੈਂ ਅਪਰੋਚ ਉਹ ਇਨਸਾਨ ਨੂੰ ਕਰਨਾ ਚਾਹੂੰ ਜਿਹੜਾ ਇਨਸਾਨ ਸੁਣਦਾ ਵਾ। ਅਪਰੋਚ ਕਰਨ ਦਾ ਫਾਇਦਾ ਤਾਂ ਵਾ ਜੇ ਸੁਣਵਾਈ ਹੋਵੇ। ਜਿੱਦਾਂ ਮੈਂ ਵੈਕੈਂਸੀਆਂ ਵੇਖੀਆਂ, ਜਿੱਦਾਂ ਦੁਨੀਆਦਾਰੀ ਵੇਖੀ ਆ ਨਾ, ਉਹਦੇ ਅਕੋਰਡਿੰਗ ਬਸ ਮੈਨੂੰ ਇਹੋ ਹੀ ਸਿਲਾ ਮਿਲਿਆ ਵੇਖਣ ਵਿੱਚ ਵੀ ਜਿਹੜੇ ਬੰਦੇ ਦੀ ਬੈਕ ਹੈਗੀ ਆ, ਸਿਰਫ ਉਹ ਬੰਦੇ ਦੀ ਸਿਰਫ ਅੱਗੇ ਪੋਜੀਸ਼ਨ ਵੱਧਦੀ ਆ। ਬਾਕੀ ਜਿਹੜੇ ਆਮ ਹੁੰਦੇ ਆ ਉਹਨਾਂ ਨੂੰ ਵੇਟਿੰਗ 'ਚ ਪਾ ਦਿੰਦੇ। ਇੰਨੀਆਂ ਕੁ ਮੁਸ਼ਕਲਾਂ ਸੀ ਘਰ ਦੇ ਵਿੱਚ ਕਿ ਤੁਹਾਨੂੰ ਜਿਹੜਾ ਆ ਇੱਕ ਸਕੂਲ ਛੱਡ ਕੇ, ਗੇਮ ਛੱਡ ਕੇ ਤੇ ਇੱਕ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ? ਮੈਂ ਆਪਣੇ ਫਾਦਰ ਸਾਹਿਬ ਵੱਲ ਵੇਖਦੇ ਹੋਏ ਜੋ ਮੈਨੂੰ ਡਿਸੀਜਨ ਅੱਛਾ ਲੱਗਾ, ਮੈਂ ਉਹ ਡਿਸੀਜਨ ਲਿਆ। ਸਕੂਲ ਤੋਂ ਆ ਕੇ ਕੰਮ ਕਰਨ ਜਾਣਾ, ਕੁਛ ਆਪਣੀ ਸਟੱਡੀ ਦਾ ਖਰਚਾ ਮੈਂ ਖੁਦ ਵੀ ਆਪ ਵੀ ਪੋਕਟ ਮਨੀ ਆਪਣਾ ਸਕੂਲੋਂ ਆ ਕੇ ਕੰਮ ਤੇ ਜਾ ਕੇ ਖੁਦ ਕੱਢਿਆ ਹੋਇਆ। ਜਿੰਨੇ ਵੀ ਸਰਕਾਰੀ ਮੁਲਾਜ਼ਮ ਹੈਗੇ ਆ ਨਾ, ਉਹਨਾਂ ਦੀ ਇਹ ਡਿਊਟੀ ਲਾਈ ਜਾਵੇ ਵੀ ਜਿੱਥੇ ਸਪੋਰਟਸ ਗੇਮ ਜਿੰਨੇ ਵੀ ਸਕੂਲਾਂ ਵਿੱਚ ਹੈ, ਹਰ ਇੱਕ ਬੱਚੇ ਦਾ ਡਾਟਾਬੇਸ ਚੈੱਕ ਕਰੇ, ਕਿਹਦੀ ਬੈਕਗਰਾਉਂਡ ਕੀ ਹੈਗੀ ਆ ਤੇ ਕਿਹਨੂੰ ਕਿਸ ਚੀਜ਼ ਦੀ ਹੈਲਪ ਦੀ ਜ਼ਰੂਰਤ ਹੈਗੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ, ਜਿੱਥੇ ਇੱਕ ਤਰਫ ਓਲੰਪਿਕ ਗੇਮਾਂ ਚੱਲ ਰਹੀਆਂ ਨੇ ਔਰ ਓਲੰਪਿਕ ਗੇਮਾਂ ਦੇ ਵਿੱਚ ਕੁੜੀਆਂ ਨੂੰ ਜੋ ਪੰਜਾਬ ਸਰਕਾਰ, ਹਰਿਆਣਾ ਸਰਕਾਰ ਔਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਵੀ ਜਿਹੜੇ ਇਨਾਮ ਵੰਡਣ ਦੀ ਗੱਲਬਾਤ ਕੀਤੀ ਗਈ ਆ। ਪਰ ਇੱਕ ਤਰਫ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣਾ ਚਾਹਾਂਗੇ ਅੰਮ੍ਰਿਤਸਰ ਦੇ ਉਸ ਪੈਟਰੋਲ ਪੰਪ ਦੀਆਂ, ਜਿੱਥੇ ਕਿ ਇੱਕ ਬਾਕਸਰ ਜਿਨ੍ਹਾਂ ਨੂੰ ਕਿ ਘਰ ਦੀਆਂ ਮਜਬੂਰੀਆਂ ਦੇ ਕਰਕੇ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ ਆ। ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਜਾਣਦੇ ਆ ਕਿ ਕੀ ਮਜਬੂਰੀ ਸੀ ਕਿ ਤੁਹਾਨੂੰ ਪੈਟਰੋਲ ਪੰਪ ਦੇ ਉੱਤੇ ਆ ਕੇ ਇੱਥੇ ਕੰਮ ਕਰਨਾ ਪੈ ਰਿਹਾ। ਹਾਂਜੀ ਭੈਣ ਜੀ, ਕਿ ਪਲੇਅਰ ਰਹਿ ਚੁੱਕੇ ਹੋ, ਕੀ ਕਾਰਨ ਸੀ ਕਿ ਇਸ ਪੈਟਰੋਲ ਪੰਪ ਦੇ ਉੱਤੇ ਆਣ ਕੇ ਕੰਮ ਕਰਨਾ ਪਿਆ? ਸਰ ਸਪੋਰਟਸ ਕੋਟੇ ਵਿੱਚ ਜ਼ਿਆਦਾਤਰ ਜਦੋਂ ਸਕੂਲ ਬੇਸ ਤੇ ਮੈਂ ਬਾਕਸਿੰਗ ਕੀਤੀ ਆ, ਜੋ ਮੇਰੇ ਕੋਚਾਂ ਨੇ ਮੈਨੂੰ ਫੈਸਿਲਿਟੀਆਂ ਦਿੱਤੀਆਂ ਗੇਮ ਦੇ ਅਕੋਰਡਿੰਗ ਬਹੁਤ ਦਿੱਤੀਆਂ ਵਾ। ਬਾਕੀ ਜਿੱਥੋਂ ਤੱਕ ਉਹ ਮੇਰੀ ਹੈਲਪ ਕਰ ਪਾਏ। ਬਾਕੀ ਸਰਕਾਰ ਵੱਲੋਂ ਕੋਈ ਨਹੀਂ ਹੈਲਪ ਨਹੀਂ ਹੋਈ ਕਿ ਜਾਂ ਇਹ ਬੱਚੇ ਨੂੰ ਅੱਗੇ ਲਿਆਂਦਾ ਜਾਵੇ। ਕਾਫੀ ਆ, ਮੈਂ ਨਹੀਂ, ਮੇਰੇ ਤੋਂ ਇਲਾਵਾ ਕਾਫੀ ਬੱਚੇ ਨੇ ਜਿਹੜੇ ਸਿਰਫ ਇੱਕ ਪੈਸਾ ਨਾ ਹੋਣ ਦੇ ਕਰਕੇ, ਥੋੜ੍ਹਾ ਬੈਕਗਰਾਉਂਡ ਹੋਣ ਦੇ ਕਰਕੇ, ਜਿਨ੍ਹਾਂ ਦੇ ਮਾਪਿਓ ਇੰਨੇ ਕੁ ਗਰੀਬ ਨੇ, ਆਪਣੇ ਬੱਚੇ ਨੂੰ ਅੱਗੇ ਨਹੀਂ ਵਧਾ ਪਾਉਂਦੇ। ਸਰਕਾਰ ਉਹਨਾਂ ਬਾਰੇ ਕੁਛ ਨਹੀਂ ਸੋਚ ਰਹੀ। ਬਾਕੀ ਅੱਜ ਕੱਲ੍ਹ ਦੀਆਂ ਜਿੰਨੀਆਂ ਲੜਕੀਆਂ ਨੇ, ਮੇਰਾ ਉਹਨਾਂ ਨੂੰ ਇਹੋ ਮੈਸੇਜ ਹੈਗਾ ਵੀ ਪਲੀਜ਼ ਆਪਣੀ ਸੈਲਫ ਡਿਫੈਂਸ ਵਾਸਤੇ, ਆਪਣੀ ਆਤਮ ਰੱਖਿਆ ਵਾਸਤੇ ਉਹਨਾਂ ਨੂੰ ਗੇਮ ਜ਼ਰੂਰ ਰੱਖਣੀ ਚਾਹੀਦੀ ਆ। ਸੈਕੰਡਲੀ ਬਾਕੀ ਸਰਕਾਰ ਵਾਅਦੇ ਬਹੁਤ ਕਰਦੀ ਆ, ਇਲੈਕਸ਼ਨ ਹੁੰਦੇ ਆ ਕਰਦੀ ਆ, ਜੋ ਹੀ ਲਵਸੀਲਾ ਕਰਦੀ ਆ, ਬਟ ਇਲੈਕਸ਼ਨ ਹੋਣ ਦੇ ਬਾਅਦ ਕੁਛ ਨਹੀਂ ਪਤਾ ਲੱਗਦਾ ਸਾਡੇ ਜਿਹੜੇ ਜਿੰਨੇ ਵੀ ਯੁਵਾ ਪੀੜ੍ਹੀ ਹੈਗੀ ਆ, ਉਹਨਾਂ ਦਾ ਸਾਡੇ ਦੇਸ਼ ਨੂੰ ਕਿੰਨੀ ਜ਼ਰੂਰਤ ਹੈ। ਅਸੀਂ ਉਹਨਾਂ ਵੱਲ ਥੋੜ੍ਹਾ ਫੋਕਸ ਕਰੀਏ, ਪਰ ਇਹ ਚੀਜ਼ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਤੇ ਕਿੰਨੇ ਸਾਲ ਗੇਮ ਕੀਤੀ ਤੁਸੀਂ? ਮੈਂ 7 ਸਾਲ ਸਰ ਗੇਮ ਕੀਤੀ ਸਕੂਲ ਬੇਸ ਤੇ, 2003 ਤੋਂ ਲੈ ਕੇ 2009 ਤੱਕ। ਤਾਂ ਕੋਈ ਕੰਪੀਟੀਸ਼ਨ ਵੀ ਖੇਡੇ ਹੋ, ਜਿੱਤੇ ਹੋ? ਸਟੇਟ ਤੱਕ ਮੈਂ ਖੇਡਿਆ। ਜਿੰਨੀ ਪੋਜੀਸ਼ਨ ਮੇਰੀ ਹੋਈ ਆ ਫਸਟ ਹੀ ਹੁੰਦੀ ਰਹੀ ਆ, 골ਡ ਪੋਜੀਸ਼ਨ ਪੈਂਦੀ ਰਹੀ ਹੈ। ਜਿਵੇਂ ਤੁਸੀਂ ਦੱਸਿਆ ਕਿ ਸਰਕਾਰਾਂ ਵੱਲੋਂ ਕੋਈ ਬਾਂਹ ਨਹੀਂ ਫੜੀ ਗਈ ਤੁਹਾਡੀ, ਤੇ ਕੀ ਤੁਸੀਂ ਕਦੀ ਕਿਸੇ ਜਾਂ ਤੁਸੀਂ ਅਪਰੋਚ ਵੀ ਨਹੀਂ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ? ਘਰ ਦੇ ਜਿਹੜੇ ਹਾਲਾਤ ਆ ਨਹੀਂ ਇੰਨੇ ਵਧੀਆ ਹੈਗੇ। ਸਰ ਮੈਂ ਅਪਰੋਚ ਉਹ ਇਨਸਾਨ ਨੂੰ ਕਰਨਾ ਚਾਹੂੰ ਜਿਹੜਾ ਇਨਸਾਨ ਸੁਣਦਾ ਵਾ। ਅਪਰੋਚ ਕਰਨ ਦਾ ਫਾਇਦਾ ਤਾਂ ਵਾ ਜੇ ਸੁਣਵਾਈ ਹੋਵੇ। ਜਦੋਂ ਸਾਡਾ ਸਿਸਟਮ ਹੀ ਖਰਾਬ ਆ, ਜਦੋਂ ਕੋਈ ਚੀਜ਼ ਨੂੰ ਵੇਖਿਆ ਨਹੀਂ ਜਾਂਦਾ, ਕਿਸ ਚੀਜ਼ ਵੱਲ ਫੋਕਸ ਨਹੀਂ ਕੀਤਾ ਜਾਂਦਾ। ਹਾਂ, ਇੱਕ ਚੀਜ਼ ਮੈਂ ਬਹੁਤ ਜਦੋਂ ਆਪਣੀਆਂ ਭਰਤੀਆਂ ਵਗੈਰਾ ਵੇਖੀਆਂ, ਇੱਕ ਚੀਜ਼ ਮੈਂ ਵੇਖੀ ਆ, ਜਿਨ੍ਹਾਂ ਦੀ ਬੈਕ ਹੁੰਦੀ ਉਹਨਾਂ ਦੀ ਸੁਣਵਾਈ ਜ਼ਿਆਦਾ ਹੁੰਦੀ, ਜਿਹੜਾ ਆਮ ਬੱਚਿਆਂ ਦਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ।
ਇਸ ਕਰਕੇ ਇਹ ਚੀਜ਼ਾਂ ਜਿੱਦਾਂ ਮੈਂ ਵੈਕੈਂਸੀਆਂ ਵੇਖੀਆਂ, ਜਿੱਦਾਂ ਦੁਨੀਆਦਾਰੀ ਵੇਖੀ ਆ ਨਾ, ਉਹਦੇ ਅਕੋਰਡਿੰਗ ਬਸ ਮੈਨੂੰ ਇਹੋ ਹੀ ਸਿਲਾ ਮਿਲਿਆ ਵੇਖਣ ਵਿੱਚ ਵੀ ਜਿਹੜੇ ਬੰਦੇ ਦੀ ਬੈਕ ਹੈਗੀ ਆ ਸਿਰਫ ਉਹ ਬੰਦੇ ਦੀ ਸਿਰਫ ਅੱਗੇ ਪੋਜੀਸ਼ਨ ਵੱਧਦੀ ਆ। ਬਾਕੀ ਜਿਹੜੇ ਆਮ ਹੁੰਦੇ ਆ ਉਹਨਾਂ ਨੂੰ ਵੇਟਿੰਗ 'ਚ ਪਾ ਦਿੰਦੇ ਆ, ਕਿਸੇ ਵੇਲੇ ਕਾਲ ਲੈਟਰ ਨਹੀਂ ਹੁੰਦੀ, ਐਕਸੈਕਟਰਾ ਬਸ। ਕੀ ਘਰ ਦੇ ਕਿ ਇੰਨੇ ਮਾੜੇ ਹਾਲਾਤ ਹੋ ਗਏ ਕਿ ਕਿਉਂਕਿ ਜੇਕਰ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਵਧੀਆ ਗੋਲਡ ਰਹਿੰਦੇ ਰਹੇ ਹੋ ਜਿੰਨੇ ਤੱਕ ਤੁਸੀਂ ਗੇਮ ਕੀਤੀ ਆ, ਕਿੰਨੀਆਂ ਕੁ ਮੁਸ਼ਕਲਾਂ ਸੀ ਘਰ ਦੇ ਵਿੱਚ ਕਿ ਤੁਹਾਨੂੰ ਜਿਹੜਾ ਆ ਇੱਕ ਸਕੂਲ ਛੱਡ ਕੇ, ਗੇਮ ਛੱਡ ਕੇ ਤੇ ਇੱਕ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ? ਸਰ ਮੈਂ 4 ਸਾਲ ਭਰਤੀਆਂ ਵੇਖਣ 'ਚ ਵੇਸਟ ਕੀਤੇ ਆ। ਉਹਦੇ ਵਿੱਚ ਰੇਲਵੇ 'ਚ ਵੀ 1-2 ਵਾਰੀ ਮੈਂ ਰਾਈਟਰ ਪੇਪਰ ਦਿੱਤੇ, ਰਿਟਨ ਪੇਪਰ ਆਪਣੇ ਦਿੱਤੇ ਆ, ਤੇ BSF 'ਚ ਵੀ ਟਰਾਈ ਕੀਤਾ ਵਾ, ਪਰ ਕੋਈ ਵੀ ਖਾਸ ਨਹੀਂ ਵਜ੍ਹਾ ਲੱਭੀ। ਕੁਛ ਨਾ ਕੁਛ ਇਸ਼ੂ ਕੁਛ ਚਲੋ ਸਾਡੀਆਂ ਵੀ ਵੀਕਨੈਸ ਹੈਗੀਆਂ ਵਾ ਵੀ ਅਸੀਂ ਇਗਨੋਰ ਕਰ ਦਿੱਤਾ ਵਾ। ਬਾਕੀ ਮੇਰੇ ਫਾਦਰ ਸਾਹਿਬ ਨੂੰ ਮੈਂ ਜ਼ਿਆਦਾ ਮੋਟੀਵੇਟ ਨਹੀਂ ਕੀਤਾ ਵੀ ਇੰਜ ਕਰਨ ਉਂਝ ਕਰਨ, ਕਿਉਂਕਿ ਮੈਂ ਆਪਣੇ ਫਾਦਰ ਸਾਹਿਬ ਵੱਲ ਵੇਖਦੇ ਹੋਏ ਜੋ ਮੈਨੂੰ ਡਿਸੀਜਨ ਅੱਛਾ ਲੱਗਾ ਮੈਂ ਉਹ ਡਿਸੀਜਨ ਲਿਆ। ਕੀ ਮਜਬੂਰੀ ਕੀ ਸੀ ਕਰਦੀ? ਮਜਬੂਰੀ ਬਸ ਮੇਰੇ ਫਾਦਰ ਸਾਹਿਬ ਇੰਨਾ ਪੈਸਾ ਨਹੀਂ ਹੈਗਾ ਸੀ ਵੀ ਅੱਗੇ ਉਹ ਮੈਨੂੰ ਵਧਾ ਪਾਉਂਦੇ, ਜਿੰਨਾ ਉਹਨਾਂ ਕੋਲ ਹੋ ਸਕਿਆ ਜੋ ਦਿਹਾੜੀ ਡੱਪਾ ਕਰਕੇ ਮੇਰੇ ਸਕੂਲ ਦੀ ਫੀਸ ਕਰਦੇ ਰਹੇ, ਮੇਰੀ ਗੇਮ ਦੀ ਫੀਸ ਦਿੰਦੇ ਰਹੇ। ਉਸ ਟਾਈਮ ਗੇਮ ਦੀ ਫੀਸ ਜਸਟ ਇੱਕ 50 ਕੇ 60 ਰੁਪਏ ਹੁੰਦੀ ਸੀ ਤੇ ਬੰਦੇ ਦੀ ਦਿਹਾੜੀ ਉਸ ਟਾਈਮ 2003-04 ਵਿੱਚ 100-150 ਦੇ ਲਾਗੇ ਜਾਂ ਉਹਦੇ ਵਿੱਚ ਹੀ ਪੂਰੀ ਫੈਮਿਲੀ ਦਾ ਖਰਚਾ। ਬ੍ਰਦਰ ਮੇਰੇ ਉਸ ਟਾਈਮ ਨਿੱਕੇ ਸੀ, ਫਿਰ ਮੈਂ ਸਕੂਲ ਤੋਂ ਆ ਕੇ ਕੰਮ ਕਰਨ ਜਾਣਾ, ਕੁਛ ਆਪਣੀ ਸਟੱਡੀ ਦਾ ਖਰਚਾ ਮੈਂ ਖੁਦ ਵੀ ਆਪ ਵੀ ਪੋਕਟ ਮਨੀ ਆਪਣਾ ਸਕੂਲੋਂ ਆ ਕੇ ਕੰਮ ਤੇ ਜਾ ਕੇ ਖੁਦ ਕੱਢਿਆ ਹੋਇਆ। ਤਾਂ ਇੱਕ ਤਰਫ ਤਾਂ ਹੁਣ ਜਿਹੜਾ ਸਰਕਾਰ ਜਿਹੜਾ ਓਲੰਪਿਕ ਗੇਮਾਂ ਚੱਲ ਰਹੀਆਂ ਨੇ, ਕਰੋੜਾਂ ਰੁਪਈਆਂ ਦਾ ਜਿਹੜਾ ਇਨਾਮ ਰਾਸ਼ੀ ਜਿਹੜੀ ਆ ਉਹ ਸਪੋਰਟਸਮੈਨ ਨੂੰ ਦੇਣ ਜਾ ਰਹੇ ਨੇ। ਕੀ ਸਰਕਾਰਾਂ ਨੂੰ ਚਾਹੀਦਾ ਨਹੀਂ ਆ ਕਿ ਜਿਸ ਤਰ੍ਹਾਂ ਤੁਹਾਡੇ ਵਰਗੇ ਇੱਕ ਪਲੇਅਰ ਜਿਹੜੇ ਸਕੂਲ ਦੇ ਵਿੱਚ ਇੱਕ ਸਿਰਫ ਪੈਸੇ ਦੀ ਘਾਟ ਕਰਕੇ ਜਿਹੜਾ ਪਿੱਛੇ ਰਹਿ ਜਾਂਦੇ, ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ? ਬਿਲਕੁਲ ਸਰ, ਕਾਫੀ ਬੱਚੇ ਨੇ ਜਿਹੜੇ ਮਤਲਬ ਜਿਨ੍ਹਾਂ ਦੇ ਮਾਪੇ ਜਿੰਨੀ ਇਸ ਟਾਈਮ ਵੀਰ ਜੀ ਮਹਿੰਗਾਈ ਹੋ ਚੁੱਕੀ ਨਾ, ਮੈਂ ਸਿਰਫ ਇੱਕੋ ਗੱਲ ਕਹਿਣੀ ਆ ਵੀ ਵੱਧ ਤੋਂ ਵੱਧ ਜਿੰਨੇ ਵੀ ਸਰਕਾਰੀ ਮੁਲਾਜ਼ਮ ਹੈਗੇ ਆ ਨਾ, ਉਹਨਾਂ ਦੀ ਇਹ ਡਿਊਟੀ ਲਾਈ ਜਾਵੇ ਵੀ ਜਿੱਥੇ ਸਪੋਰਟਸ ਗੇਮ ਜਿੰਨੇ ਵੀ ਸਕੂਲਾਂ ਵਿੱਚ ਹੈ, ਹਰ ਇੱਕ ਬੱਚੇ ਦਾ ਡਾਟਾਬੇਸ ਚੈੱਕ ਕਰੇ, ਕਿਹਦੀ ਬੈਕਗਰਾਉਂਡ ਕੀ ਹੈਗੀ ਆ ਤੇ ਕਿਹਨੂੰ ਕਿਸ ਚੀਜ਼ ਦੀ ਹੈਲਪ ਦੀ ਜ਼ਰੂਰਤ ਹੈਗੀ। ਤਾਂ ਤੁਸੀਂ ਕੀ ਆਪਣੇ ਹੁਣ ਜਿਹੜੇ ਤੁਹਾਡੇ ਕੇ ਪਰਿਵਾਰਕ ਮੈਂਬਰ ਨੇ ਜਾਂ ਰਿਸ਼ਤੇਦਾਰ ਨੇ, ਉਹਨਾਂ ਨੂੰ ਹੁਣ ਤੁਸੀਂ ਕੀ ਗੇਮ ਦੇ ਵਿੱਚ ਗੇਮ ਕਰਨ ਲਈ ਮੋਟੀਵੇਟ ਕਰਦੇ ਹੋ, ਜਾਂ ਜੇਕਰ ਤੁਹਾਡੇ ਅੱਗੇ ਬੱਚੇ ਨੇ ਤਾਂ ਉਹਨਾਂ ਨੂੰ ਤੁਸੀਂ ਗੇਮ ਦੇ ਵਿੱਚ ਪਾਓਗੇ? ਬਿਲਕੁਲ ਸਰ, ਮੇਰੇ ਜਿੰਨੇ ਵੀ ਫਰੈਂਡਸ ਨੇ ਸਾਰੇ ਨੇ, ਬਾਕੀ ਥਿੰਕਿੰਗ ਆਪੋ ਆਪਣੀ ਆ। ਬਾਕੀ ਮੇਰੀ ਤੇ ਹਰ ਕੋਈ ਨੂੰ ਇੱਕੋ ਮੈਸੇਜ ਹੈਗਾ ਵਾ ਵੀ ਪਲੀਜ਼ ਗੇਮ ਜ਼ਰੂਰ ਰੱਖਣ, ਆਪਣੀ ਸਰੀਰ ਦੀ ਤੰਦਰੁਸਤੀ ਵਾਸਤੇ, ਆਪਣੇ ਸੈਲਫ ਡਿਫੈਂਸ ਵਾਸਤੇ ਗੇਮ ਜ਼ਰੂਰ ਰੱਖਣੀ ਜ਼ਰੂਰੀ, ਕੁੜੀਆਂ ਨੂੰ ਤੇ ਸਪੈਸ਼ਲੀ, ਕਿਉਂਕਿ ਜਿੱਦਾਂ ਦਾ ਮਾਹੌਲ ਹੋ ਗਿਆ ਨਾ, ਇਹਦੇ ਵਿੱਚ ਉਹਨਾਂ ਦੀ ਗੇਮ ਰੱਖਣੀ ਬਹੁਤ ਹੀ ਜ਼ਰੂਰੀ ਆ। ਕਮ ਸੇ ਕਮ ਆਪਣੀ ਆਤਮ ਰੱਖਿਆ ਤੇ ਕਰ ਸਕਣਗੀਆਂ। ਇੱਕ ਮੁੰਡਿਆਂ ਦਾ ਵੀ ਨਜ਼ਰੀਆ ਬਦਲਣਾ ਬਹੁਤ ਜ਼ਰੂਰੀ ਹੈਗਾ ਵਾ। ਜਿੰਨੀ ਰਿਸਪੌਂਸਿਬਿਲਟੀ ਕੁੜੀਆਂ ਦੀ, ਉਨੀ ਰਿਸਪੌਂਸਿਬਿਲਟੀ ਮੁੰਡਿਆਂ ਦੀ ਵੀ ਹੈਗੀ ਆ। ਦੇਸ਼ ਨੂੰ ਸੋਹਣਾ ਬਣਾਉਣਾ ਚਾਹੀਏ ਤੇ ਅਸੀਂ ਖੁਦ ਬਣਾ ਸਕਦੇ ਹਾਂ, ਪਰ ਸਾਡੀ ਬੈਡ ਥਿੰਕਿੰਗ ਦੇ ਕਰਕੇ ਮਾਹੌਲ ਦਿਨ ਬਦਾ ਦਿਨ ਗੰਦਾ ਹੁੰਦਾ ਜਾ ਰਿਹਾ। ਤਾਂ ਓਲੰਪਿਕ 'ਚ ਗੇਮਾਂ ਚੱਲ ਰਹੀਆਂ ਨੇ, ਹਾਕੀ ਖਿਡਾਰਨ ਗੁਰਜੀਤ ਕੌਰ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ। ਹੁਣ ਜਿਹੜਾ ਪਿਛਲੇ ਦਿਨੀ ਵੀ ਮੈਚ ਹੋਇਆ, ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਜਾਂਦੇ ਆ, ਜੋ ਸੁਣਨ 'ਚ ਆ ਕਿ ਇੱਕ ਲੜਕੀ ਜੇ ਉਸ ਦੇ ਪਿੰਡ ਦੇ ਵਿੱਚ ਬੱਸ ਵੀ ਨਹੀਂ ਜਾਂਦੀ, ਔਰ ਇੱਕ ਲੜਕੀ ਦੁਆਰਾ ਐਡਾ ਵਧੀਆ ਪ੍ਰਦਰਸ਼ਨ ਕੀਤਾ ਗਿਆ। ਜਦੋਂ ਕਿ ਬਾਹਰ ਦੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਸਪੋਰਟਸਮੈਨ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ। ਕਿ ਸਰਕਾਰਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਜੋ ਲੋਕ ਪਿੰਡਾਂ ਦੇ ਵਿੱਚ ਵੀ ਬੈਠੇ ਹੋਏ ਨੇ ਉਹਨਾਂ ਵੱਲ ਵੀ, ਜਾਂ ਜੋ ਗਰੀਬ ਵਰਗ ਦੇ ਲੋਕ ਨੇ ਉਹਨਾਂ ਵੱਲ ਵੀ? ਸਰ, ਜਿਹੜੇ ਪਿੰਡਾਂ 'ਚ ਸਕੂਲ ਹੈਗੇ ਆ, ਮੋਸਟਲੀ ਮੈਂ ਉਹਨਾਂ ਵਿੱਚ ਕਹਿਣਾ ਵੀ ਪਲੀਜ਼ ਉੱਥੇ ਵੀ ਗੇਮਸ ਵਗੈਰਾ ਸਾਰੀ ਪ੍ਰੋਵਾਈਡ ਕਰਵਾਈ ਜਾਵੇ। ਬਾਕੀ ਜਿੰਨੇ ਵੀ ਵੂਮੈਨ ਨੇ, ਗਰਲਸ ਨੇ ਗੇਮ ਦੇ ਵਿੱਚ, ਐਥਲੈਟ ਦੇ ਵਿੱਚ, ਹਰ ਇੱਕ ਗੇਮ ਦੇ ਵਿੱਚ ਜਿੰਨਾ ਵੀ ਆ, ਉਹਨਾਂ ਨੂੰ ਮੇਰੇ ਵੱਲੋਂ ਸਲੂਟ ਆ, ਕਿਉਂਕਿ ਉਹ ਸਾਡੇ ਦੇਸ਼ ਦਾ ਮਾਣ ਆ, ਇੱਕ ਸਨਮਾਨ ਆ। ਇੱਕ ਲੇਡੀਜ਼ ਹੋ ਕੇ ਉਹ ਪੂਰੇ ਦੇਸ਼ ਨੂੰ ਉੱਪਰ ਚੁੱਕ ਰਹੀਆਂ ਨੇ। ਤਾਂ ਇੱਥੇ ਤੁਸੀਂ ਫਿਰ ਕਿੰਨੇ ਤੋਂ ਕਿੰਨਾ ਡਿਊਟੀ ਕਰਦੇ ਹੋ? ਮੇਰੀ ਸਵੇਰੇ 9 ਵਜੇ ਤੋਂ ਸ਼ਿਫਟ ਚਾਲੂ ਹੋ ਜਾਂਦੀ ਆ। ਸਾਡੇ ਓਨਰ ਬਹੁਤ ਨਾਈਸ ਨੇ, ਬਹੁਤ ਜ਼ਿਆਦਾ ਸਾਨੂੰ ਮੋਟੀਵੇਟ ਕਰਦੇ ਨੇ। ਉਹਨਾਂ ਦੀ ਬਦੌਲਤ ਅੱਜ ਅਸੀਂ ਆਪਣੇ ਪੈਰਾਂ ਸਿਰ, ਜਿੰਨਾ ਤੁਸੀਂ ਵੀਰ ਜੀ ਮੈਨੂੰ ਫੋਕਸ ਕਰਵਾ ਰਹੇ ਹੋ, ਮੋਟੀਵੇਟ ਕਰ ਰਹੇ ਹੋ, ਸਾਡੇ ਓਨਰ, ਉਹਨਾਂ ਦਾ ਨਾਮ ਹੈਗਾ ਅਮਨਦੀਪ ਸਿੰਘ, ਬਹੁਤ ਮੋਟੀਵੇਟ ਕਰਦੇ, ਇੱਕ ਫੈਮਿਲੀ ਵਾਂਗੂ ਸਾਨੂੰ ਰੱਖਦੇ ਆ। ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਆਪਣੇ ਪੈਰਾਂ ਸਿਰ ਤੇ ਹਾਂ। ਹਾਂਜੀ, ਥੈਂਕ ਯੂ। ਦੇਖ ਸਕਦੇ ਹੋ ਕਿ ਇਸ ਪੈਟਰੋਲ ਪੰਪ ਤੇ ਹੋਰ ਵੀ ਲੜਕੀਆਂ ਕੰਮ ਕਰ ਰਹੀਆਂ। ਹਾਂਜੀ, ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇਸ ਪੈਟਰੋਲ ਪੰਪ ਤੇ ਕੰਮ ਕਰਦੇ ਆ? ਵੀਰ ਜੀ ਇਸ ਦੀਵਾਲੀ 'ਚ 1 ਸਾਲ ਹੋ ਜਾਣਾ। ਹਾਂਜੀ। ਤਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ?
ਮੈਂ ਸੁਲਤਾਨਵਿੰਦ ਪਿੰਡ ਤੋਂ। ਤਾਂ ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇੱਕ ਬਾਕਸਰ ਦੇ ਜਿਹੜੇ ਬਾਕਸਰ ਨੇ, ਤਾਂ ਤੁਸੀਂ ਵੀ ਕੋਈ ਗੇਮ ਵਗੈਰਾ ਕਰਦੇ ਸੀ ਕਿ ਤੁਹਾਨੂੰ ਤੁਸੀਂ ਮਜਬੂਰੀ ਕਰਕੇ ਕੰਮ ਕਰ ਰਹੇ ਹੋ? ਨਹੀਂ, ਬਸ ਮੈਂ ਕੁਛ ਵੀ ਨਹੀਂ ਪੜ੍ਹੀ, ਵੀ ਘੱਟ ਹੀ ਆ। ਹਾਂਜੀ, ਬਸ ਮਜਬੂਰੀਆਂ ਕਰਕੇ ਮੰਮੀ ਪਾਪਾ ਨੇ ਵਿਆਹ ਕਰ ਦਿੱਤਾ। ਤਾਂ ਕਿੰਨੇ ਘੰਟੇ ਇੱਥੇ ਕੰਮ ਕਰਦੇ ਹੋ? ਅਸੀਂ 9 ਵਜੇ ਆਈਦਾ ਆ, 6 ਵਜੇ ਸਾਡੀ ਛੁੱਟੀ ਹੁੰਦੀ। ਤਾਂ ਕੀ ਉਹ ਜਿਹੜੀਆਂ ਲੜਕੀਆਂ ਘਰਾਂ ਦੇ ਵਿੱਚ ਬੈਠ ਕੇ ਕਹਿੰਦੀਆਂ ਕਿ ਜੌਬਸ ਨਹੀਂ ਮਿਲਦੀਆਂ, ਤਾਂ ਤੁਸੀਂ ਉਹਨਾਂ ਦੇ ਲਈ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਈ ਆ, ਕੀ ਉਹਨਾਂ ਨੂੰ ਕੋਈ ਆਪਣੇ ਵੱਲੋਂ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਮਿਹਨਤ ਕਰੋ, ਕੋਈ ਵੀ ਕੰਮ ਮਿਲਦਾ ਆ ਕਰੋ, ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਆਪਣੇ ਆਪ ਦੀ ਮਨੇ ਆਪਣਾ ਘਰ ਚਲਾਉਣਾ ਕਿਸੇ ਤਰ੍ਹਾਂ ਚਲਾਓ, ਜੇ ਵਿਆਹ ਆ ਤੇ ਆਪਣੇ ਬੱਚੇ ਪਾਲਣੇ ਕਿਸੇ ਤਰ੍ਹਾਂ ਪਾਲੋ, ਜੇ ਕੁਆਰੇ ਆਪਣੇ ਮੰਮੀ ਪਾਪਾ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ? ਮੇਰੇ ਘਰ 'ਚ 2 ਮੇਰੀਆਂ ਬੇਟੀਆਂ, ਇੱਕ ਬੇਟਾ, ਮੇਰੇ ਹਸਬੈਂਡ ਆ। ਤੇ ਘਰ ਦੇ ਵਿੱਚੋਂ ਫਿਰ ਕਿਸ ਤਰ੍ਹਾਂ ਦੀ ਸਪੋਰਟ ਹੈ? ਕਿਉਂਕਿ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਉਹਨਾਂ ਨੇ ਘਰ ਦੇ ਵਿੱਚ ਜਾ ਕੇ ਫਿਰ ਕੰਮ ਹੀ ਕਰਨਾ ਹੁੰਦਾ, ਰਸੋਈ ਦਾ ਕਿਚਨ ਦਾ ਕੰਮ ਹੀ ਕਰਨਾ ਹੁੰਦਾ, ਤਾਂ ਫਿਰ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਮਿਲਦੀ ਹੈ ਘਰ ਵੱਲੋਂ? ਕਿਉਂਕਿ ਤੁਹਾਡੀ ਇੱਥੇ ਵੀ 12 ਘੰਟੇ ਦੀ ਡਿਊਟੀ ਹੈ। ਵੀ ਜੇ ਮਜਬੂਰੀਆਂ ਇੱਥੇ ਵੀ ਕਰੀਦਾ, ਘਰ ਜਾ ਕੇ ਵੀ ਕਰਨਾ ਹੀ ਪੈਂਦਾ, ਕਿਉਂਕਿ ਬੱਚਿਆਂ ਨੂੰ ਵੀ ਤਾਂ ਦੇਖਣਾ ਹੀ ਪੈਣਾ ਹੈ। ਉਹਨਾਂ ਨੂੰ ਵੀ ਰੋਟੀ ਪਾਣੀ, ਕੱਪੜਾ ਲੀੜਾ ਧੋਤਾ ਮਿਲਣਾ ਚਾਹੀਦਾ, ਸਕੂਲ ਸਾਰਾ ਕੁਝ ਉਹਨਾਂ ਬਾਰੇ ਵੀ ਸੋਚਣਾ ਹੀ ਪੈਣਾ, ਕਿਉਂਕਿ ਉਹਨਾਂ ਦੀ ਬੱਚਿਆਂ ਕਰਕੇ ਹੀ ਅਸੀਂ ਕੰਮ ਕਰ ਰਹੇ ਹਾਂ ਕਿ ਬੱਚਿਆਂ ਦੀ ਜ਼ਿੰਦਗੀ ਸਹੀ ਹੋ ਜੇ। ਹਾਂਜੀ, ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਪੈਟਰੋਲ ਪੰਪ ਦੇ ਉੱਤੇ ਇੱਕ ਬਾਕਸਰ ਜਾਂ 3 ਹੋਰ ਵੀ ਜੋ ਔਰਤਾਂ ਨੇ ਉਹ ਕੰਮ ਕਰਦੀਆਂ ਨੇ। ਅਸੀਂ ਉਹ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ ਇਸ ਪੈਟਰੋਲ ਪੰਪ ਤੇ? ਭਾਜੀ ਮੈਂ 3 ਸਾਲ ਹੋ ਗਏ ਮੈਨੂੰ। 3 ਸਾਲ ਹੋ ਗਏ। ਹਾਂਜੀ, ਤਾਂ ਤੁਸੀਂ ਕਿੱਥੇ ਹੋ? ਇੱਥੇ ਲੋਕਲ ਹੋ ਕਿ ਕਿਤੇ ਦੂਰ ਤੋਂ? ਮੈਂ ਇੱਥੇ ਪ੍ਰਤਾਪ ਨਗਰ ਦੀ ਹਾਂ। 3 ਸਾਲ ਹੋਏ ਨਾ ਮੈਨੂੰ। ਪਹਿਲੇ ਮੈਂ ਦਿੱਲੀ ਰਹਿੰਦੀ ਸੀ, ਤਾਂ ਦਿੱਲੀ ਉੱਥੇ ਆਇਆ ਸੀ। ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਉਹਦੇ ਕਾਰਨ। ਤਾਂ ਦਿੱਲੀੋਂ ਇੱਥੇ ਕੰਮ ਕਰਨ ਲਈ ਆਏ ਹੋ ਸਪੈਸ਼ਲ? ਨਹੀਂ ਭਾਜੀ, ਘਰ ਦੇ ਹਾਲਾਤ ਇਤਨੇ ਮਾੜੇ ਹੋ ਚੁੱਕੇ ਸੀ ਕਿ ਕਿਰਾਇਆ ਨਹੀਂ ਦੇ ਪਾਉਂਦੇ ਸੀ ਅਸੀਂ, ਤਾਂ ਕਰਕੇ ਤਾਂ ਅਸੀਂ ਸੋਚਿਆ ਅੰਮ੍ਰਿਤਸਰ 'ਚ ਸ਼ਾਇਦ ਘੱਟ ਹੋਏ ਥੋੜ੍ਹਾ ਬਹੁਤ ਕਿਰਾਇਆ, ਤਾਂ ਕਰਕੇ ਆਏ ਸੀ ਇੱਥੇ। ਤਾਂ ਹੁਣ ਜਿਹੜਾ ਫਿਰ ਇੱਥੇ ਤੁਹਾਨੂੰ ਤਨਖਾਹ ਮਿਲਦੀ ਹੈ ਉਹਦੇ ਤੋਂ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਹੈ? ਹਾਂਜੀ, ਠੀਕ ਚੱਲ ਰਿਹਾ। ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਹਸਬੈਂਡ ਵਾਈਫ 3 ਬੱਚੇ, ਉਹ ਮੈਂ ਸੱਸ ਸਹੁਰੇ। ਤਾਂ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਕਮਾਉਂਦਾ ਹੈ? ਹਸਬੈਂਡ ਦੀ ਕਮਾਈ ਨਾਲ ਭਾਜੀ ਗੁਜ਼ਾਰਾ ਨਹੀਂ ਹੋ ਪਾਉਂਦਾ, ਤਾਂ ਕਰਕੇ ਮੈਨੂੰ ਮਜਬੂਰੀ 'ਚ ਇੱਥੇ ਕੰਮ ਕਰਨਾ ਪਿਆ ਪੰਪ ਤੇ। ਉਹਨਾਂ ਦਾ ਕਦੀ ਕੰਮ ਚੱਲਦਾ ਹੈ, ਕਦੀ ਬੰਦ ਹੋ ਜਾਂਦਾ ਹੈ। ਕਰੋਨਾ ਦੀ ਵਜ੍ਹਾ ਨਾਲ ਸਾਰਾ ਕੰਮ ਬੰਦ ਹੋ ਚੁੱਕਾ ਹੈ। ਗੱਡੀ ਚਲਾਉਂਦੇ ਆ ਪਰ ਕੰਮ ਨਹੀਂ ਆਉਂਦਾ, ਬਿਲਕੁਲ ਵੀ ਨਹੀਂ ਆਉਂਦਾ। ਸੋ ਤੁਸੀਂ ਸੁਣਿਆ ਕਿ ਇਸ ਪੈਟਰੋਲ ਪੰਪ ਦੇ ਉੱਤੇ 4 ਔਰਤਾਂ ਕੰਮ ਕਰਦੀਆਂ ਨੇ, ਜਿਨ੍ਹਾਂ ਦੀ ਇੱਕ ਮਜਬੂਰੀ ਕਰਕੇ ਕਹਿ ਸਕਦੇ ਆ ਕਿ ਇੱਥੇ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ। ਔਰ ਜਿਵੇਂ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਸੁਣਿਆ ਕਿ ਇੱਕ ਜੋ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਆ ਕਿ ਉਹ ਬਾਕਸਿੰਗ ਕਰਦੇ ਸੀ, ਪਰ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਔਰ ਸਰਕਾਰਾਂ ਵੱਲੋਂ ਕੋਈ ਵੀ ਮਦਦ ਨਾ ਕੀਤੇ ਜਾਣ ਦੇ ਚੱਲਦੇ ਉਹਨਾਂ ਵੱਲੋਂ ਇਸ ਪੈਟਰੋਲ ਪੰਪ ਦੇ ਉੱਤੇ ਮਜਬੂਰਨ ਨੌਕਰੀ ਕਰਨੀ ਪਈ ਉਹਨਾਂ ਨੂੰ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ ਅਜੇ ਸ਼ਰਮਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।